ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 17ਵਾਂ। ये विखिया सगली तजी लियो पेख वैराग, कहो नानक सुन रे मना तै नर माथे भाग। जे विखिया सगली तजी लियो पेख वैराग, कहो नानक सुन रे मना तै नर माथे भाग। सतਿਗੁਰ ਸਮਝਾਉਂਦੇ ਨੇ ਉਹ ਗੁਰਸਿੱਖਾਂ ਦੇ ਵੱਡੇ ਭਾਗ ਹੋ ਜਾਂਦੇ ਨੇ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਆਪਦੀ ਮਤ ਦਾ ਅਸੀਂ ਤਿਆਗ ਕਰਨਾ ਹੈ, ਗੁਰ ਕੀ ਮਤ ਲੈਣੀ ਹੈ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਗੁਰ ਕੀ ਮਤ ਤੋਂ ਲਿਹੁ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਜੋ ਅਸੀਂ ਦੇਖ ਰਹੇ ਹਾਂ, ਮਨ ਸਿਆਣਾ ਬਣਿਆ ਬੈਠਾ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ, ਸਮਝ ਆਈ ਜਾਂਦੀ ਹੈ। ਸਾਰੇ ਡੁੱਬੇ ਬੈਠੇ ਆ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ, ਕਿਸੇ ਨੂੰ ਨਹੀਂ ਛੱਡਦਾ ਹੈਗਾ। ਅਸੀਂ ਕਾਲ ਤੋਂ ਮੁਕਤ ਹੋਣਾ, ਗੁਰੂ ਦੀ ਸ਼ਰਨ ਜਾਣਾ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਜਾਏ ਹਮਾਰੀ। ਸਤਿਗੁਰਾਂ ਦਾ ਜਸ ਕਰਕੇ, ਬਾਣੀ ਦਾ ਜਸ ਕਰਕੇ ਜਿਹੜੀ ਚਿੰਤਾ ਦੂਰ ਹੁੰਦੀ ਹੈ, ਸੁਖ ਮਿਲਦਾ ਹੈ। ਪਰ ਪਹਿਲਾਂ ਮਾਇਆ ਦਾ ਤਿਆਗ ਤਾਂ ਹੋਵੇ, ਉਸ ਤੋਂ ਬਾਅਦ ਹੀ ਇਹ ਪ੍ਰਾਪਤੀ ਸਾਨੂੰ ਹੋਊਗੀ। ਉਹੀ ਸਤਿਗੁਰ ਸਮਝਾ ਰਹੇ ਨੇ। ਉਹ ਗੁਰਸਿੱਖਾਂ ਦੇ ਵੱਡੇ ਭਾਗ ਨੇ ਜਿਹੜੇ ਮਾਇਆ ਤੋਂ ਉੱਪਰ ਉੱਠ ਜਾਂਦੇ ਨੇ, ਮਾਇਆ ਦਾ ਤਿਆਗ ਕਰ ਦਿੰਦੇ ਨੇ। ਜੈ ਵਿਖਿਆ ਸਗਲੀ ਤਜੀ, ਇੱਛਾ ਹੀ ਖਤਮ ਹੋ ਗਈ ਜਿਹਦੇ ਅੰਦਰੋਂ, ਸੱਚ ਦੇ ਗਿਆਨ ਨਾਲ ਜਿਹਨੂੰ ਸਮਝ ਆ ਗਈ ਸਾਡਾ ਸੰਸਾਰ 'ਤੇ ਆਉਣ ਕੀ ਕਾਰਨ ਸੀ। ਉਹ ਗੁਰਸਿੱਖਾਂ ਬਾਰੇ ਸਤਿਗੁਰ ਸਮਝਾ ਰਹੇ ਨੇ। ਲਿਓ ਭੇਖ ਵੈਰਾਗ, ਉਹ ਵੈਰਾਗੀ ਹੋ ਜਾਂਦੇ ਨੇ। ਵੈਰਾਗ ਤੋਂ ਭਾਵ ਮਤਲਬ ਬੇਰਾਗ ਹੋ ਜਾਂਦੇ ਨੇ, ਮਨ ਚੁੱਪ ਕਰ ਜਾਂਦਾ ਹੈ। ਗਿਆਨ ਤੋਂ ਬਿਨਾਂ ਤਾਂ ਮਨ ਚੁੱਪ ਨਹੀਂ ਕਰਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਪੈਦਾ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ। ਫਿਰ ਇਹ ਅਵਸਥਾ ਸਾਨੂੰ ਕਿਵੇਂ ਪ੍ਰਾਪਤ ਹੋਊਗੀ? ਅਸੀਂ ਵੀ ਤਾਂ ਕਰਨੀ ਹੈ, ਗੁਰ ਸ਼ਬਦ ਦੀ ਕਮਾਈ ਕਰਨੀ ਹੈ। ਗੁਰੂ ਭਗਤਾਂ ਦੇ ਹੁਕਮ ਅਨੁਸਾਰ ਆਪਾਂ ਚੱਲਣਾ ਹੈ। ਜੋ ਬਾਣੀ ਵਿੱਚ ਦੱਸਿਆ ਗਿਆ ਆਪਾਂ ਉਹਦੀ ਕਮਾਈ ਕਰਨੀ ਹੈ। ਤਈਓ ਸਾਨੂੰ ਕਾਲ ਛੱਡੂਗਾ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਅਸੀਂ ਗੁਰੂ ਦੇ ਚਰਨਾਂ 'ਚ ਪਹੁੰਚਣਾ ਵਾ, ਹੁਕਮ ਦਾ ਦਰਸ਼ਨ ਕਰਨਾ, ਫੇਰ ਹੀ ਸਾਡਾ ਛੁਟਕਾਰਾ ਹੋਊਗਾ। ਪਰ ਸਾਡਾ ਤਾਂ ਹਲੇ ਮਾਇਆ ਤੋਂ ਖਹਿੜਾ ਹੀ ਨਹੀਂ ਛੁੱਟਿਆ, ਕਾਲ ਨੇ ਨਹੀਂ ਛੱਡਿਆ ਸਾਨੂੰ। ਭਗਤ ਅਸੀਂ ਫਿਰ ਵੀ ਮੰਨੀ ਜਾਂਦੇ ਆਪਦੇ ਆਪ ਨੂੰ। ਉਹ ਅਗਿਆਨਤਾ ਹੀ ਹੈ ਸਾਡੀ, ਸਾਨੂੰ ਗਿਆਨ ਨਹੀਂ ਨਾ, ਤਾਂ ਕਰਕੇ ਅਸੀਂ ਇਹ ਗੱਲ ਕਹਿੰਦੇ। ਜਿੰਨੇ ਅਸੀਂ ਧਰਮ ਕਰਮ ਪਿੱਛੇ ਕਰਦੇ ਆਏ ਹਾਂ, ਸਾਰੇ ਸਰੀਰ ਕਰਕੇ ਹੀ ਧਰਮ ਕਰਮ ਨਹੀਂ, ਉਹ ਸਾਰੇ ਉਹ 'ਚੋਂ ਹੰਕਾਰ ਹੀ ਪੈਦਾ ਹੁੰਦਾ। ਹੰਕਾਰ ਤਾਂ ਮਾਰਨਾ ਸੀਗਾ। ਹਉਮੈ ਬੁੱਝੇ ਤਾਂ ਦਾ ਸੋਝੇ, ਹਉਮੈ ਹੰਕਾਰ ਜਿਹੜੀ ਇੱਛਾ ਇਹਦਾ ਜਾਊਗਾ, ਫੇਰ ਹੀ ਇਹਨੂੰ ਦੂਆ ਦਾ ਜਿਹੜਾ ਦਰਗਾਹ ਦਾ ਆਪਦੇ ਮੂਲ ਦਾ ਆਤਮਾ ਨੂੰ, ਪ੍ਰਾਤਮਾ ਦਾ ਦਰਸ਼ਨ ਹੋਊਗਾ। ਉਹ ਸੱਚ ਦੇ ਗਿਆਨ ਤੋਂ ਬਿਨਾਂ ਹੋਣਾ ਨਹੀਂ ਹੈਗਾ। ਸੱਚ ਦੇ ਗਿਆਨ ਤੋਂ ਬਿਨਾਂ ਸਾਨੂੰ ਕਾਲ ਨੇ ਨਹੀਂ ਛੱਡਣਾ ਹੈਗਾ। ਉਹ ਗੁਰਸਿੱਖ ਭਾਗਾਂ ਵਾਲੇ ਨੇ, ਸਤਿਗੁਰ ਕਹਿੰਦੇ, ਜਿਹੜੇ ਜੇ ਵੇਖਿਆ ਸਗਲੀ ਤਜੀ ਲਿਓ ਭੇਖ ਵੈਰਾਗ। ਪਹਿਲੀ ਅਵਸਥਾ ਮਨ ਦੀ ਰਾਗ ਹੈ, ਕੁਛ ਮੰਗਦਾ ਹੈ। ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਂਦੇ। ਕੋਈ ਗਾਵੇ ਰਾਗੀ ਨਾਦੀ ਬੇਦੀ, ਉਹ ਭਾਤ ਕਰਨਾ ਭੀਜੇ ਰਾਮ ਰਾਜੇ। ਮਨ ਤਾਂ ਭਿੱਜਦਾ ਨਹੀਂ ਹੈਗਾ, ਕਿਉਂਕਿ ਮਨ ਤਾਂ ਮਾਇਆ ਦਾ ਰਾਗ ਗਾਉਂਦਾ ਵਾ। ਜਦੋਂ ਮਾਇਆ ਦਾ ਰਾਗ ਛੱਡ ਜਾਂਦਾ ਸੱਚ ਦੇ ਗਿਆਨ ਤੋਂ ਬਾਅਦ, ਫਿਰ ਇਹ ਵੈਰਾਗ ਦੂਜੀ ਅਵਸਥਾ 'ਚ ਪਹੁੰਚਦਾ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਆਤਮ ਗਿਆਨ ਹੁੰਦਾ ਉਹਨੂੰ। ਆਤਮ ਗਿਆਨ ਹੋਣ ਤੋਂ ਬਾਅਦ ਹੀ ਬ੍ਰਹਮ 'ਚ ਲੀਨ ਹੋ। ਆਤਮਾ ਜਿਹੜੀ ਹੈਗੀ ਪ੍ਰਾਤਮਾ 'ਚ ਹੁੰਦੀ ਹੈ। ਬ੍ਰਹਮ ਲੀਨ ਹੋਣ ਤਾਂ ਆਇਆ ਇਹ, ਉਹਨੂੰ ਹੀ ਬ੍ਰਹਮ ਲੀਨ ਕਹਿੰਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਜਿਹੜੀ ਦੁਵਿਧਾ ਹੈ, ਸੰਸਾਰ ਹੈ, ਜੰਮਣਾ ਮਰਨਾ, ਉਹਦਾ ਖਤਮ ਹੋ ਜਾਂਦਾ ਹੈ। ਉਹੀ ਸਤਿਗੁਰੂ ਸਮਝਾਉਂਦੇ ਨੇ। ਐਸੇ ਗੁਰਸਿੱਖ ਭਾਗਾਂ ਵਾਲੇ ਨੇ। ਕਹੋ ਨਾਨਕ ਸੁਨ ਰੇ ਮਨਾ ਤੈ ਨਰ ਮਾਥੇ ਭਾਗ। ਮਾਥੇ ਤੋਂ ਭਾਵ ਉਹਦੇ ਮਨ 'ਤੇ ਕਿਰਪਾ ਹੋ ਚੁੱਕੀ ਹੈ, ਉਹਦਾ ਸੰਸਾਰ ਸਾਗਰ 'ਚੋਂ ਛੁਟਕਾਰਾ ਹੋ ਚੁੱਕਿਆ। ਉਹ ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਪਹਿਲਾਂ ਤਾਂ ਆਪ ਸਮਝਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ ਨੇ। ਉਹਨਾਂ ਦੀ ਵੱਡੀ ਸੇਵਾ ਸੰਸਾਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਹੋਈ ਨਿਮਾਣਾ ਦਗ ਰਹੇ, ਹੋਈ ਨਿਮਾਣਾ ਯੱਗ ਰਹੇ, ਦਰਗੇ ਮਾਣ ਨਿਮਾਣਾ ਪਾਵੇ। ਉਹ ਗੁਰਸਿੱਖ ਪਹਿਲਾਂ ਆਪ ਜਪਦੇ ਨੇ, ਸਮਝਦੇ ਨੇ, ਮਾਇਆ ਪਾਰ ਕਰਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ ਨੇ। ਆਓ ਸਾਰੇ ਮਿਲ ਕੇ ਆਪਾਂ ਇਹ ਗੁਰਬਾਣੀ ਨੂੰ ਵਿਚਾਰੀਏ। ਇਹ ਗੁਰਸ਼ਬਦ ਦੇ ਵਿੱਚੋਂ ਆਪਾਂ ਨੂੰ ਗਿਆਨ ਪੈਦਾ ਹੋਊਗਾ। ਗਿਆਨ ਤੋਂ ਬਾਅਦ ਫਿਰ ਆਪਣਾ ਮਨ ਟਿਕੂਗਾ।
ਫਿਰ ਆਪਾਂ ਨੂੰ ਸਾਰੀ ਇਹ ਖੇਲ ਸਮਝ ਆਊਗੀ। ਟਿਕਣ ਤੋਂ ਭਾਵ ਫਿਰ ਮੁਕਤੀ ਮਿਲ ਜਾਂਦੀ ਹੈ ਗਿਆਨ ਤੋਂ ਬਾਅਦ ਸਾਨੂੰ, ਉਹਨੂੰ ਸਹਿਜ ਅਵਸਥਾ ਕਿਹਾ ਗਾ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਸਾਡਾ ਤਾਂ ਹਲੇ ਕਲਯੁਗ ਚੋਂ, ਕਾਲਪਨਿਕ ਯੁੱਗ ਚੋਂ ਹੀ ਛੁਟਕਾਰਾ ਨਹੀਂ ਹੋਇਆ, ਭਗਤ ਅਸੀਂ ਫਿਰ ਮੰਨੀ ਜਾਂਦੇ ਹਾਂ। ਸਾਨੂੰ ਗਿਆਨ ਨਹੀਂ ਨਾ ਸੱਚ ਦਾ, ਤਾਂ ਕਰਕੇ ਅਸੀਂ ਮੰਨੀ ਜਾਂਦੇ। ਜਿੰਨੇ ਧਰਮ ਕਰਮ ਪਿੱਛੇ ਅਸੀਂ ਕਰਦੇ ਆਏ ਹਾਂ ਉਹ ਤਾਂ ਕਰ ਲਏ ਸਰੀਰ ਕਰਕੇ, ਉਹ ਸਾਰੀਆਂ ਫਾਸਣ ਕੀ ਵਿਧੀਆਂ ਨੇ। ਹੁਣ ਇਹ ਇੱਕ ਛੁੱਟਣ ਕੀ ਵਿਧੀ ਹੈ ਗੁਰਮਤਿ, ਇਹ ਆਪਾਂ ਲੈਣੀ ਆ। ਫਿਰ ਆਪਣਾ ਸੰਸਾਰ ਸਾਗਰ ਤੋਂ ਛੁਟਕਾਰਾ ਹੋਣਾ। ਪਿੱਛੇ ਵੀ ਆਪਾਂ ਵਿਚਾਰਿਆ ਗੁਰ ਕੀ ਮਤਿ ਤੁਲੇ ਹੋਏ ਆਣੇ, ਭਗਤੀ ਬਿਨਾ ਵੇ ਡੁੱਬੇ ਜਾਣੇ। ਸੰਸਾਰ 'ਚ ਕਿੱਡਾ ਵੀ ਕੋਈ ਸਿਆਣਾ ਬਣ ਜਾਵੇ, ਜਦੋਂ ਕਾਲ ਆਉਂਦਾ ਸਿਆਣਪਾਂ ਸਾਰੀਆਂ ਇੱਥੇ ਤਰੀਆਂ ਰਹਿ ਜਾਂਦੀਆਂ ਨੇ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਸਤਿਗੁਰ ਸਮਝਾਉਂਦੇ ਨੇ ਇਹ ਅਵਸਥਾ ਆਪਾਂ ਨੂੰ ਵੀ ਪ੍ਰਾਪਤ ਹੋਊਗੀ ਜੇ ਆਪਾਂ ਗੁਰੂ ਭਗਤਾਂ ਦੇ ਹੁਕਮ ਅਨੁਸਾਰ, ਗੁਰਬਾਣੀ ਅਨੁਸਾਰ ਚੱਲਾਂਗੇ। ਸਾਨੂੰ ਵੀ ਇਹ ਪ੍ਰਾਪਤੀ ਹੋਊਗੀ। ਇਹ ਪ੍ਰਾਪਤੀ ਖਾਤਰ ਤਾਂ ਸਾਨੂੰ ਜਨਮ ਮਿਲਿਆ। ਸਤਿਗੁਰ ਆਇਓ ਸਰਨ ਤੁਆਰੀ, ਮਿਲੇ ਸੋ ਨਾਮ ਹਰ ਸੋਭਾ, ਚਿੰਤਾ ਜਾਏ ਹਮਾਰੀ। ਚਿੰਤਾ ਫੇਰ ਹੀ ਜਾਣੀ ਆ, ਉਹਦੇ ਜਸ ਕਰਦਿਆਂ ਕਰਦਿਆਂ ਚਿੰਤਾ ਖਤਮ ਹੋ ਜਾਂਦੀ ਹੈ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ, ਸਾਨੂੰ ਵੀ ਅਵਸਥਾ ਪ੍ਰਾਪਤ ਹੋਵੇ। ਪਰ ਜਿਹੜੇ ਨਹੀਂ ਕਰਦੇ ਉਹ ਮਨਮੁਖ ਨੇ, ਜਿਹੜੇ ਗੁਰੂ ਭਗਤਾਂ ਅਨੁਸਾਰ ਚੱਲਦੇ ਨੇ ਉਹ ਗੁਰਮੁਖ ਨੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ। ਜੇ ਅਸੀਂ ਮਨ ਦੇ ਪਿੱਛੇ ਲੱਗੇ ਰਹੇ ਫਿਰ ਵਿਛੜੇ ਰਹਾਂਗੇ। ਜੰਮਣ ਮਰਨ ਦੀਆਂ ਚੋਟਾਂ ਐਂ ਪੈਂਦੀਆਂ ਰਹਿਣਗੀਆਂ। ਮੰਨੇ ਮੂੰਹ ਚੋਟਾਂ ਨਾ ਖਾਏ, ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਜਿਹੜੇ ਮੰਨ ਲੈਂਦੇ ਉਹਨਾਂ ਨੂੰ ਚੋਟ ਨਹੀਂ ਪੈਂਦੀ ਹੈਗੀ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਗੁਰਬਾਣੀ ਨੂੰ ਵਿਚਾਰੀਏ, ਸਮਝੀਏ, ਚੋਂ ਗਿਆਨ ਪੈਦਾ ਹੋਊ ਜਿਹਦੇ ਨਾਲ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਊਗਾ। ਸਤਿਗੁਰ ਸਮਝਾਉਂਦੇ ਨੇ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਉਹਨੂੰ ਸਮਝਾ ਰਹੇ ਨੇ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈਂਦੇ ਹਾਂ। ਕਬੀਰ ਮਾਰੂ ਰਾਮ ਸਿਮਰ ਪਛਤਾਏਗਾ ਮਨ, ਰਾਮ ਸਿਮਰ ਪਛਤਾਏਗਾ ਮਨ। ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਭਗਤ ਜੀ ਸਮਝਾਉਂਦੇ ਨੇ, ਇਹ ਮਨਾ ਜੇ ਤੂੰ ਆਪਦੇ ਮੂਲ ਰਾਮ ਨੂੰ, ਹਰ ਨੂੰ ਨਹੀਂ ਸਮਝਿਆ, ਉਹ ਭਗਤੀ ਨਹੀਂ ਕੀਤੀ, ਉਹਦੇ ਭਾਣੇ ਅਨੁਸਾਰ ਨਹੀਂ ਚੱਲਿਆ, ਫਿਰ ਪਛਤਾਉਣਾ ਪਊਗਾ। ਕਿ ਸਮਾਂ ਨਿਕਲ ਜਾਣਾ ਮਾਂ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਮਨ ਲੋਭ ਮੋਹ ਵਿਕਾਰਾਂ 'ਚ ਲੱਗਿਆ ਰਹਿੰਦਾ ਹੈ। ਜਦੋਂ ਸਮਾਂ ਆ ਜਾਂਦਾ ਹੈ ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ। ਉਹੀ ਭਗਤ ਜੀ ਸਮਝਾ ਰਹੇ ਨੇ, ਰਾਮ ਸਿਮਰ ਪਛਤਾਏਗਾ ਮਨ। ਇਹ ਮਨਾ ਪਛਤਾਉਣਾ ਪਊਗਾ। ਅਸੀਂ ਰਾਮ ਨੂੰ ਸਿਮਰੀਏ, ਸਿਮਰ ਤੋਂ ਭਾਵ ਸਮਝੀਏ। ਪਾਪੀ ਜੀਅਰਾ ਲੋਭ ਕਰਤ ਹੈ, ਅੱਜ ਕੱਲ੍ਹ ਉੱਠ ਜਾਏਗਾ। ਮਨ ਨੂੰ ਐਂ ਲੱਗਦਾ ਵਾ ਵੀ ਜੋ ਮੈਂ ਕਰ ਰਿਹਾ ਵਾਂ ਇਹ ਮੇਰੇ ਕਮਾਇਆ ਮਿਲ ਰਿਹਾ ਸਾਰਾ ਕੁਛ ਮੈਨੂੰ। ਜੇ ਸਾਡਾ ਹੀ ਕਮਾਇਆ ਮਿਲਦਾ ਹੈ ਤਾਂ ਫਿਰ ਇਹ ਰਾਜਾ ਕਿਉਂ ਨਾ ਬਣ ਗਿਆ, ਭਿਖਾਰੀ ਕਾਹਤੇ ਹੈ? ਫਿਰ ਤਾਂ ਭਿਖਾਰੀ ਬਣੇ ਹੀ ਨਾ ਕੋਈ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ ਸੁਖਮਨੀ ਸਾਹਿਬ ਦੇ, ਜਿਸ ਧਨ ਕੋ ਚਾਰ ਕੁੰਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਜਿਹੜੇ ਚਾਰੇ ਕੁੰਟਾਂ 'ਚ ਅਸੀਂ ਮਾਇਆ ਦੇ ਖਾਤਰ ਫਿਰਦੇ ਹਾਂ ਉਹ ਵੀ ਤਾਂ ਉਹਦੀ ਕਿਰਪਾ ਹੀ ਹੈ। ਜੋ ਸਾਹ ਹੀ ਬੰਦ ਕਰ ਦੂ ਸਾਡਾ, ਫਿਰ ਕਿੱਥੋਂ ਕਮਾਈ ਕਰਾਂਗੇ? ਇਹ ਸਾਰਾ ਕੁਛ ਉਹਦਾ ਹੀ ਹੈ, ਸਾਨੂੰ ਗਿਆਨ ਨਹੀਂ ਹੈਗਾ ਤਾਂ ਕਰਕੇ ਅਸੀਂ ਕਹਿੰਦੇ। ਉਹੀ ਭਗਤ ਜੀ ਸਮਝਾ ਰਹੇ ਨੇ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ, ਆਜ ਕੱਲ੍ਹ ਉੱਠ ਜਾਏਗਾ। ਸਮਾਂ ਆ ਜਾਊਗਾ ਭਾਈ, ਫਿਰ ਜਾਣਾ ਪਊਗਾ, ਸੰਸਾਰ 'ਤੇ ਆਉਣਾ ਤੇਰਾ ਨਿਸਫਲ ਹੋ ਜਾਊਗਾ। ਇਹ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਭਗਤ ਕਬੀਰ ਜੀ ਉਹਨਾਂ ਨੂੰ ਸਮਝਾ ਰਹੇ ਨੇ। ਰਹਾਓ ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਧਨ ਜੋਬਨ ਕਾ ਗਰਭ ਨ ਕੀਜੇ, ਕਾਗਦ ਜਿਉਂ ਗਲ ਜਾਏਗਾ। ਅਸੀਂ ਸਾਰਾ ਜੀਵਨ ਅਸੀਂ ਕੱਢਦੇ ਨੇ ਲਾਲਚ ਲੱਗ ਕੇ, ਜਨਮ ਗਵਾ ਲੈਂਦੇ ਹਾਂ। ਸਤਿਗੁਰ ਸਮਝਾਉਂਦੇ ਨੇ, ਆਪਾਂ ਬਚਨ ਲੈਂਦੇ ਸਤਿਗੁਰਾਂ ਦੇ, ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ ਬਿਰਥਾ ਜਨਮ ਪ੍ਰਾਣੀ। ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਇਹ ਦੇਹੀ ਮਿਲੀ ਸੀਗੀ, ਅਸੀਂ ਲਾਲਚ ਦੇ ਵਿੱਚ ਹੀ ਕੱਢਤੀ, ਸਾਰਾ ਜੀਵਨ ਅਸੀਂ ਕੱਢਤਾ, ਨਾਮ ਵਿਸਾਰਤਾ। ਜਿਹੜਾ ਅਸੀਂ ਹੱਥਾਂ ਪੈਰਾਂ ਨਾਲ ਕੰਮਕਾਰ ਕਰਦੇ ਹਾਂ, ਕਰਮ ਕਰਦੇ ਹਾਂ, ਉਹ ਤਾਂ ਕਰਨੇ ਹੀ ਸੀ, ਉਹ ਤਾਂ ਡਿਊਟੀਆਂ ਸੀ, ਸਾਡੇ ਫਰਜ਼ ਸੀਗੇ। ਧਰਮ
ਦੇ ਵਿੱਚ ਵੀ ਬਹੁਤ ਪਿੱਛੇ ਪ੍ਰਚਲਿਤ ਆਪਾਂ ਦੇਖਦੇ ਹਾਂ, ਘਰ-ਬਾਰ ਛੱਡ ਕੇ ਚਲੇ ਜਾਂਦੇ ਸੀ। ਸਤਿਗੁਰਾਂ ਨੇ ਕਿਹਾ ਹਾਥ ਪੋਂ ਕਾਮ ਕਰ ਸਭ ਚਿਤ ਨਿਰੰਜਨ ਨਾਲ। ਭਾਈ ਇਹ ਤਾਂ ਧਿਆਨ ਦਾ ਵਿਸ਼ਾ ਵਾ, ਕੰਮਕਾਰ ਛੱਡ ਕੇ ਨਹੀਂ ਜਾਣਾ, ਉਹ ਡਿਊਟੀਆਂ ਪਗਾਉਣੀਆਂ ਨੇ। ਫਿਰ ਤਾਂ ਅਸੀਂ ਆਮ ਲੋਕਾਂ ਨੂੰ ਵੀ ਥੱਲੇ ਚਲੇ ਜਾਵਾਂਗੇ। ਇਹ ਡਿਊਟੀ ਹੈ ਸਾਡੀ, ਇਹ ਪਗਾਉਣੀ ਹੈ। ਜਿੱਥੇ ਕੁਦਰਤ ਨੇ ਸਾਨੂੰ ਜਨਮ ਦਿੱਤਾ ਵਾ, ਜੋ ਦਿੱਤਾ ਉਹਨੂੰ ਮਿੱਠਾ ਕਰਕੇ ਮੰਨਣਾ ਵਾ। ਪਰ ਅਸੀਂ ਮਿੱਠਾ ਕਰਕੇ ਕਿਵੇਂ ਮੰਨਾਂਗੇ? ਸਾਨੂੰ ਸੱਚ ਦਾ ਗਿਆਨ ਹੀ ਨਹੀਂ ਹੈ। ਆਏ ਤਾਂ ਨਾਮ ਦੀ ਖਾਤਰ ਹੈ ਅਸੀਂ, ਭੁੱਖ ਸਾਨੂੰ ਨਾਮ ਦੀ ਹੈ, ਪਰ ਸਾਨੂੰ ਗਿਆਨ ਨਾ ਹੋਣ ਕਰਕੇ ਅਸੀਂ ਮਾਇਆ ਦੇ ਪਿੱਛੇ ਸਾਰਾ ਜੀਵਨ ਹੀ ਕੱਢ ਦਿੰਦੇ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਤਾਂ ਭਾਈ ਨਾਮ ਨਾਲ ਲੈਣੀ ਹੈ। ਉਹ ਆਤਮ ਖੁਰਾਕ ਤਾਂ ਉਹਨੂੰ ਮਿਲਦੀ ਨਹੀਂ ਹੈਗੀ। ਨਾਨਕ ਦੁਖੀਆ ਸਭ ਸੰਸਾਰ, ਸਾਰਾ ਹੀ ਸੰਸਾਰ ਦੁਖੀ ਹੈ। ਕਿਉਂ ਦੁਖੀ ਹੈ? ਸੋ ਸੁਖੀਆ ਜਿਸ ਨਾਮ ਆਧਾਰ। ਜੋ ਅੰਤਰ-ਆਤਮਾ ਦੀ ਆਵਾਜ਼ ਹੈ ਸੰਤ, ਬਾਣੀ ਵਿੱਚ ਉਹਨੂੰ ਸੰਤ ਕਿਹਾ ਹੈ, ਸਾਧ ਵੀ ਉਹਨੂੰ ਕਿਹਾ ਗਿਆ। ਸਾਰੇ ਉਹਦੇ ਹੀ ਨਾਂ ਨੇ। ਜਦ ਤੱਕ ਅਸੀਂ ਕੁਦਰਤ ਦਾ ਜਸ ਨਹੀਂ ਕਰਦੇ, ਕੁਦਰਤ ਦੇ ਹੁਕਮ ਦਾ ਵਿਰੋਧ ਕਰਦੇ ਹਾਂ, ਅੰਤਰ-ਆਤਮਾ ਸਾਡੀ ਦੁਖੀ ਰਹਿੰਦੀ ਹੈ, ਉਹ ਦੁੱਖ ਮਹਿਸੂਸ ਕਰਦੀ ਹੈ। ਜਦੋਂ ਅਸੀਂ ਕੁਦਰਤ ਦਾ ਜਸ ਕਰਦੇ ਹਾਂ, ਉਹਨੂੰ ਸੁੱਖ ਮਿਲਦਾ ਹੈ ਵਾ। ਜਦ ਤੱਕ ਅਸੀਂ ਕੁਦਰਤ ਦਾ ਹੁਕਮ ਦਾ ਭਾਵ ਜਸ ਨਹੀਂ ਕਰਦੇ, ਉਹਦੇ ਗੁਣ ਨਹੀਂ ਗਾਉਂਦੇ, ਅੰਤਰ-ਆਤਮਾ ਨਾਲ ਮਿਲ ਕੇ ਸਾਨੂੰ ਕਦੇ ਵੀ ਸਰੀਰ 'ਚ ਰਹਿੰਦਿਆਂ ਹੋਇਆਂ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਜਿਹਨੂੰ ਬਾਣੀ ਵਿੱਚ ਆਤਮ ਸੁੱਖ ਕਿਹਾ ਗਿਆ। ਉਹੀ ਵੇ ਸਤਿਗੁਰ ਸਮਝਾ ਰਹੇ ਨੇ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਜਿਹੜੇ ਨਾਮ ਦਾ ਆਸਰਾ ਲੈ ਲੈਂਦੇ ਨੇ, ਹੁਕਮ ਦਾ ਆਸਰਾ ਲੈ ਲੈਂਦੇ, ਦੀਨ ਦੁਨੀਆ ਤੇਰੀ ਟੇਕ, ਸਭ ਮੇ ਰਵਿਆ ਸਾਹਿਬ ਏਕ। ਉਹ ਸਾਹਿਬ 'ਤੇ ਭਰੋਸਾ ਰੱਖਣਾ ਹੈ। ਜੋ ਸਾਡਾ ਬਣਦਾ ਸੀ ਦੇਤਾ, ਹੋਰ ਦੇ ਦੂਗਾ ਸਰੀਰ ਕਰਕੇ। ਜੋ ਅਸੀਂ ਆਤਮਾ ਕਰਕੇ ਲੈਣ ਆਏ ਹਾਂ, ਉਹੀ ਤਾਂ ਭਗਤੀ ਕਰਨੀ ਹੈ। ਉਹੀ ਤਾਂ ਹਰ ਕਥਾ ਹੈ ਬਾਣੀ, ਇਹ ਹਰ ਕਾ ਦਰਸ਼ਨ ਹੈ। ਇਹ ਜੋ ਇਹਨੂੰ ਸੁਣਨਗੇ ਅਮਰ ਹੋ ਜਾਣਗੇ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ। कबीर मोहे मरने का चाओ है, मरूं तो हर के द्वार। देखो भगत जी तो ऐ समझाते हैं, असी मरण तो डरते हो, कहते मेरे अंदर चाओ है, खुशी है, क्योंकि वो माया तो उपर उठ चुके ने। माया का उन्होंने त्याग करता है। ਜਿਹੜੀ भी गुरसिख माया का त्याग कर देंगे, उन्होंने भी ये अवस्था प्राप्त हुई। सतगुਰਾਂ ने समझाया, जे वेख्या सगली तजी ਲੀਓ ਭੇਖ ਵੈਰਾਗ। ਉਹੀ ਸਤਿਗੁਰ ਸਮਝਾ ਰਹੇ ਨੇ, ਉਹੀ ਭਗਤ ਕਬੀਰ ਜੀ ਸਮਝਾ ਰਹੇ ਨੇ। ਅਸੀਂ ਹਰਿਦੁਆਰ ਪਹੁੰਚਣਾ, 10ਵੇਂ ਦੁਆਰ 'ਚ ਪਹੁੰਚਣਾ ਉਹਦੇ ਚਰਨਾਂ 'ਚ, ਫਿਰ ਸਾਡੀ ਭਗਤੀ ਸ਼ੁਰੂ ਹੋਣੀ ਹੈ। ਜਦ ਤੱਕ ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀ, ਭਗਤੀ ਕਿਵੇਂ ਸ਼ੁਰੂ ਹੋਊਗੀ? ਸਾਧ ਸੰਗਤ ਤਾਂ ਪ੍ਰਾਪਤ ਹੀ ਨਹੀਂ ਹੋਈ। ਜਿਹੜੀ ਸਾਧ ਸੰਗਤ ਅਸੀਂ ਸੰਸਾਰ 'ਚ ਮੰਨੀ ਬੈਠੇ, ਉਹ ਤਾਂ ਸਰੀਰ ਕਰਕੇ ਹੈ, ਉਹ ਭੇਖ ਕਰਕੇ। ਭੇਖ ਨੂੰ ਬਾਣੀ ਨਹੀਂ ਮੰਨਦੀ ਹੈਗੀ। ਜਿਹੜੀ ਇਹ ਸੰਗਤ ਕਰਨੀ ਹੈ, ਇਹ ਆਤਮਾ ਕਰਕੇ ਕਰਨੀ ਹੈ। ਆਤਮਾ ਨੇ ਪ੍ਰਾਤਮਾ ਦੀ ਸੰਗਤ ਕਰਨੀ ਹੈ, ਫੇਰ ਹੀ ਇਹਦੀ ਗਤੀ ਹੋਊਗੀ। ਇਹ ਗਿਆਨ ਨਾਲ ਇਹਦੀ ਗਤੀ ਹੋਣੀ ਹੈ। ਸਰੀਰ ਦੀ ਗਤੀ ਅਸੀਂ ਕਰੀ ਜਾਂਦੇ, ਸਾਰੇ ਧਰਮ ਹੀ ਕਰਦੇ ਨੇ। ਜਾਨਵਰਾਂ ਦੀ ਗਤੀ ਕੌਣ ਕਰਦਾ? ਫਿਰ ਜਿਹੜੇ ਐਕਸੀਡੈਂਟਾਂ 'ਚ ਵੱਡੇ ਵੱਡਿਆਂ 'ਚ ਮਾਰੇ ਜਾਂਦੇ ਆ ਲੋਕ, ਉਹਨਾਂ ਦੀ ਗਤੀ ਕੌਣ ਕਰਦਾ? ਬਸ ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਸਾਰਾ ਜੀਵਨ ਅਸੀਂ ਕੱਢਦੇ ਹਾਂ। ਉਹੀ ਭਗਤ ਜੀ ਸਮਝਾਉਂਦੇ ਨੇ, ਭਾਈ ਹਰ ਦੇ ਦਵਾਰ 'ਤੇ ਪਹੁੰਚੋ। ਉਹ 10ਵਾਂ ਦਵਾਰ ਆ, ਉਹੀ ਹਰ ਦਵਾਰ ਹੈ। ਉਹ ਤੋਂ ਬਾਅਦ ਤਾਂ ਸਾਡੀ ਭਗਤੀ ਸ਼ੁਰੂ ਹੋਣੀ ਹੈ। ਉਹੀ ਤਾਂ ਦੇਵ ਲੋਕ ਹੈ, ਉਹੀ ਤਾਂ ਸਹਿਜ ਲੋਕ ਹੈ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ, ਧਨ ਜੋਬਨ ਕਾ ਗਰਭ ਨ ਕੀਜੇ, ਕਾਗਦ ਜਿਉਂ ਗਲ ਜਾਏਗਾ। ਭਾਈ ਧਨ ਲਾਲ ਲੋਭ ਮਾਇਆ ਜੋ ਦਿੱਤੀ ਹੈ ਕੁਦਰਤ ਨੇ, ਜੋ ਅਸੀਂ ਲੋਭ ਕਰਦੇ ਹਾਂ, ਉਹ ਤੋਂ ਅਸੀਂ ਮੁਕਤ ਹੋਣਾ ਹੈ। ਜੋ ਸਾਨੂੰ ਸੰਸਾਰ ਸੋਭਾ ਦਿੱਤੀ ਹੈ, ਉਹ ਵੀ ਉਹਦੀ ਕਿਰਪਾ ਹੈ। ਚੰਗਾ ਜੀਵਨ ਦਿੱਤਾ ਹੈ, ਤਾਂ ਵੀ ਉਹਦੀ ਕਿਰਪਾ ਹੈ। ਜੇ ਅਸੀਂ ਥੱਲੇ ਗਰੀਬੀ 'ਚ ਜਨਮ ਲਿਆ, ਤਾਂ ਵੀ ਉਹਦੀ ਕਿਰਪਾ ਹੈ। ਮੰਨ ਕੇ ਹੀ ਸਾਡਾ ਛੁਟਕਾਰਾ ਹੋਣਾ ਵਾ। ਜੇ ਅਸੀਂ ਇਹੀ ਵਿਰੋਧ 'ਚ ਰਹੇ ਵੀ ਅਸੀਂ ਗਰੀਬ ਕਿਉਂ, ਭਿਖਾਰੀ ਕਿਉਂ ਆ, ਇਹ ਰਾਜਾ ਕਿਉਂ ਆ, ਇਹ ਤਾਂ ਉਹਦੀ ਖੇਲ ਹੈ। ਇੱਕ ਰਾਜੀ ਇੱਕ ਭਿਖਾਰੀ ਤੇਰੇ ਚੋਜ ਵਡਾਣੀ, ਤਾਂ ਖੇਲ ਹੈ ਕੁਦਰਤ ਦਾ। ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ। ਦਖਲਅੰਦਾਜ਼ੀ ਕਰਕੇ ਤਾਂ ਸਾਨੂੰ ਦੁੱਖਾਂ ਦਾ ਕਾਰਨ ਹੈ ਸਾਡਾ। ਉਹੀ ਤਾਂ ਵਿਰੋਧ ਹੈ। ਧਨ ਜੋਬਨ ਕਾ ਗਰਭ ਨਾ ਕੀਜੇ, ਅਸੀਂ ਹੰਕਾਰ ਕਰ ਲੈਂਦੇ ਜੋ ਦਿੱਤਾ ਵਾ। ਕਾਗਦ ਜਿਉਂ ਗਲ ਜਾਏਗਾ। ਅੱਗੇ ਭਗਤ ਜੀ ਕੀ ਸਮਝਾਉਂਦੇ? ਜੋ ਜਮ ਆਏ ਕੇਸ ਗਹਿ ਪਟਕੇ, ਤਾਂ ਦਿਨ ਕਿਛ ਨਾ ਬਸਾਏਗਾ।
ਸਿਮਰਨ ਭਜਨ ਦਿਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਏਗਾ। ਭਗਤ ਜੀ ਸਮਝਾਉਂਦੇ ਆ ਜਦੋਂ ਜੰਮ ਲੈ ਕੇ ਜਾਣਗੇ ਫਿਰ ਕੀ ਕਰੇਂਗੇ। ਜੰਮ ਤਾਂ ਨਾਲ ਹੀ ਛੱਡਦੇ ਹੀ ਨਹੀਂ ਹੈਗੇ। ਆਪਾਂ ਸੁਖਣੀ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹੈ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹੇ ਗੁਰਦੇਵ ਗਿਆਨ ਦੇ ਦੇਵ, ਕਿਰਪਾ ਕਰੋ ਸਾਡਾ ਵਿਕਾਰਾਂ ਤੋਂ ਖਹਿੜਾ ਛੁੱਟ ਜੇ। ਇਹੀ ਤਾਂ ਜੰਮ ਮਾਰਗ ਹੈ, ਇਹੀ ਤਾਂ ਛੱਡਦੇ ਨਹੀਂ ਹੈਗੇ। ਅਸੀਂ ਇਹਨਾਂ ਨਾਲ ਮਿਲ ਕੇ ਤਾਂ ਹੁਕਮ ਦਾ ਵਿਰੋਧ ਕਰਦੇ ਹਾਂ। ਸਾਨੂੰ ਗਿਆਨ ਨਹੀਂ ਨੇ ਕਿਹਨੇ ਸਾਜੇ ਨੇ, ਪਾਪ ਪੁੰਨ ਦੋ ਪਾਈ, ਦੂਹ ਮਿਲ ਸ੍ਰਿਸ਼ਟ ਹੋ ਪਾਈ। ਉਹ ਕੁਦਰਤ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਅਸੀਂ ਉਹਦਾ ਹੀ ਵਿਰੋਧ ਕਰਦੇ ਹਾਂ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈ ਲੈਂਦੇ ਹਾਂ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤ੍ਰਿਸ਼ਕਾਰ, ਜਿਨਹੇ ਜਮੁਆ ਸਿਰਜਿਆ ਜਪਿਆ ਪਰਵਰਦਿਗਾਰ। ਇਹ ਕਬੀਰ ਮੈਂ ਤਾਂ ਪਰਵਰਦਿਗਾਰ ਨੂੰ ਜਪ ਲਿਆ ਜਿਹਨੇ ਜਮੂਆਂ ਸਿਰਜਿਆ। ਅਸੀਂ ਜਮੂਆਂ ਨਾਲ ਮਿਲ ਕੇ ਵਿਕਾਰਾਂ ਨਾਲ ਮਿਲ ਕੇ ਕੁਦਰਤ ਦਾ ਹੀ ਵਿਰੋਧ ਕਰੀ ਜਾਂਦੀ। ਤਾਂ ਉਹਨੇ ਸਾਜੇ ਆ ਭਾਈ, ਇਹੀ ਤਾਂ ਭਗਤੀ ਕਰਨੀ ਸੀ। ਤੈਨੂੰ ਸਾਡਾ ਖਹਿੜਾ ਛੁੱਟੂਗਾ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਇਹੀ ਤਾਂ ਭਗਤੀ ਕਰਨੀ ਸੀ। ਹੁਣ ਵਿਗੜ ਗਿਆ, ਹੁਕਮ ਦਾ ਵਿਰੋਧ ਕਰਨ ਲੱਗ ਗਿਆ। ਇਹਨੂੰ ਗਿਆਨ ਨਹੀਂ ਨਾ ਵੀ ਸਾਰੀ ਸਾਜੀ ਕੀ ਨਹੀਂ ਹੈ, ਸਾਰੀ ਸਿਰਜਣਹਾਰ ਕੀ ਜਾਣੇ ਨਹੀਂ। ਕੋਈ ਅਸੀਂ ਜਾਣਦੇ ਨਹੀਂ। ਹੁਣ ਜਾਣਨਾ ਵਾ ਅਸੀਂ ਸੱਚ ਦੇ ਗਿਆਨ ਤੋਂ ਬਾਅਦ ਹੀ ਮਨ ਦਾ ਹੰਕਾਰ ਜਾਣਾ ਵਾ, ਫੇਰ ਹੀ ਆਤਮਾ ਪ੍ਰਾਤਮਾ ਦਰਸ਼ਨ ਕਰਦੀ ਹੈ। ਉਹਨੂੰ ਗਤੀ ਕਹਿੰਦੇ ਨੇ। ਜੋ ਜਮ ਆਏ ਕੀਸ ਗਹਿ ਪਟ ਗਏ, ਤਾਂ ਦਿਨ ਕਿਸ ਨਾ ਬਸਾਏਗਾ। ਫਿਰ ਤੈਨੂੰ ਕੌਣ ਬਚਾਊਗਾ? ਜਿਨ੍ਹਾਂ ਨੂੰ ਮੰਨੀ ਬੈਠਾ ਵੱਡਾ, ਤੂੰ ਰੱਬ ਮੰਨੀ ਬੈਠਾ, ਉਹ ਤੈਨੂੰ ਬਚਾ ਲੈਣਗੇ। ਆਪਾਂ ਸੁਖਣੀ ਸਤਿਗੁਰਾਂ ਦੇ ਵਚਨ ਲੈ ਲੈਂਦੇ। ਤਿਸ ਤਾ ਜਬਰ ਕਹਾਂ ਕੋ ਜਾਏ, ਸਭ ਸਰੇਕ ਨਿਰੰਜਨ ਰਾਏ। ਸੁਖਣੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਇਹ ਜੀਵ ਜਿਹਦੇ ਕੋਲ ਚੱਲੇ ਆ, ਉਹ 'ਤੇ ਕਿਹਦਾ ਹੁਕਮ ਚੱਲਦਾ ਹੈ? ਉਹਨੂੰ ਕਿਹਨੇ ਬਣਾਇਆ? ਬਸ ਇਹੀ ਸਮਝਣ ਆਏ ਸੀ ਅਸੀਂ। ਜੀ ਜੰਤ ਸਭ ਤੁਧ ਉਪਾਈ, ਇੱਕ ਵੇਖ ਪਰਸਣ ਆਇਆ। ਇਹ ਦਾਤਾ ਸਾਰੇ ਜੀਵ ਜੰਤ ਤੈਂ ਪੈਦਾ ਕੀਤੇ ਨੇ, ਇਹ ਤੇਰੇ ਚਰਨ ਪਰਸਣ ਆਏ। ਕਿਰਪਾ ਰਹਿਮਤ ਕਰ ਦੇ, ਸੱਚ ਦਾ ਇਹਨਾਂ ਨੂੰ ਗਿਆਨ ਹੋ ਜੇ, ਆਪਦੇ ਘਰ ਪਹੁੰਚ ਜਾਣ। ਇਹੀ ਤਾਂ ਭਗਤੀ ਕਰਨੀ ਸੀ। ਇਹ ਭਗਤੀ ਆਪਾਂ ਕੰਮਕਾਰ ਕਰਦੇ ਹੋਏ ਵੀ ਕਰ ਸਕਦੇ ਹਾਂ। ਹੱਥ ਪਾਉ ਕਾਮ ਕਰ ਸਭ ਚਿੱਤ ਨਿਰੰਜਨ ਨਾਲ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਸਿਮਰਨ ਭਜਨ ਦਿਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਂਗੇ। ਚੋਟਾਂ ਤਾਂ ਪੈਣੀਆਂ ਸੀ ਭਾਈ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਵੇ ਰੋਗ, ਰੋਗ ਤਾਂ ਫਿਰ ਲੱਗਣੀ ਆਪਾਂ ਨੂੰ। 84 ਲੱਖ ਜੂਨੀ ਨੂੰ ਫਿਰ ਜਾਣਾ ਪਊਗਾ। ਇਹ ਚੋਟਾਂ ਪੈਂਦੀਆਂ ਹੀ ਰਹਿਣਗੀਆਂ। ਅੱਗੇ ਕੀ ਸਮਝਾਉਂਦੇ ਆ ਭਗਤ ਜੀ? ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਭਗਤ ਜੀ ਸਮਝਾਉਂਦੇ ਨੇ, ਅੰਤਰਾਤਮਾ ਦੀ ਆਵਾਜ਼, ਜਿਹਨੂੰ ਬਾਣੀ ਵਿੱਚ ਹਰ ਵੀ ਕਿਹਾ, ਰਾਮ ਵੀ ਕਿਹਾ, ਗੋਬਿੰਦ ਕਿਹਾ। ਕਹਿੰਦੇ ਫਿਰ ਤਾਂ ਜਾਣਾ ਤਾਂ ਉਹਦੇ ਚਰਨਾਂ 'ਚ ਹੀ ਪੈਣਾ ਵਾ। ਫਿਰ ਕੀ ਜਵਾਬ ਦੇਂਗਾ? ਧਰਮ ਰਾਏ ਜਬ, ਉਹ ਧਰਮੀ ਹੈ, ਹੁਕਮ 'ਤੇ ਖੜਾ ਹੈ। ਫਿਰ ਕੀ ਜਵਾਬ ਦੇਵਾਂਗੇ ਆਪਾਂ? ਸੰਸਾਰੀ ਸੰਤਾਂ ਨੂੰ ਸਮਝਾ ਰਹੇ ਨੇ। ਕਹਿਤ ਕਬੀਰ ਸੁਨੋ ਰੇ ਸੰਤੋ, ਆਹ ਸਾਧ ਸੰਗਤ ਕਰੋ ਭਾਈ, ਆਤਮਾ ਪ੍ਰਾਤਮਾ ਇੱਕ ਕਰੋ, ਹਰ ਦੀ ਕਥਾ ਨਾਲ ਜੋੜੋ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ ਸੰਸਾਰੀ ਸੰਤਾਂ ਨੂੰ, ਸੁਣੋ ਰੇ ਸੰਤੋ ਸਭ ਤਰੋ ਪਿਆਰੋ। ਆਨੰਦ ਸਾਹਿਬ ਸਤਿਗੁਰ ਸਮਝਾਉਂਦੇ ਤੀਜੀ ਪਾਤਸ਼ਾਹੀ। ਆਪਾਂ ਵੀ ਇਹੀ ਸਾਧ ਸੰਗਤ ਪ੍ਰਾਪਤ ਕਰਨੀ ਹੈ, ਗੁਰ ਸ਼ਬਦ ਨਾਲ ਜੁੜ ਕੇ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਮਨ ਚਿੱਤ ਇੱਕ ਹੋ ਜਾਂਦੇ, ਉਸ ਅਵਸਥਾ ਨੂੰ ਸਾਧ ਸੰਗਤ ਕਿਹਾ। ਉਹੀ ਦੇਵ ਲੋਕ ਹੈ, ਉੱਥੇ ਹੀ ਆਪਣੀ ਭਗਤੀ ਸ਼ੁਰੂ ਹੋਣੀ ਹੈ। ਉਹੀ ਭਗਤ ਜੀ ਸਮਝਾ ਰਹੇ ਨੇ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਅੱਗੇ ਆਪਾਂ ਰਵਿਦਾਸ ਜੀ ਦਾ ਥੋੜ੍ਹਾ ਜਿਹਾ ਲੈ ਲੈਂਦੇ ਸਲੂ। ਰਵਿਦਾਸ ਜੀ ਸਮਝਾਉਂਦੇ ਨੇ, ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਵੀ ਜਿਹੜੇ ਗੁਰਸਿੱਖ ਗੁਰ ਸ਼ਬਦ ਦੀ ਕਮਾਈ ਕਰਕੇ ਉਹਨਾਂ ਦੇ ਬਾਣੇ ਅਨੁਸਾਰ ਚੱਲਦੇ ਨੇ, ਕੁਦਰਤ ਉਹਨਾਂ 'ਤੇ ਕਿਰਪਾ ਰਹਿਮਤ ਕਰ ਦਿੰਦੀ ਹੈ। ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਹੁਣ ਆਪਾਂ ਉਹਦੇ ਬਾਰੇ ਵਿਚਾਰ ਲੈਂਦੇ ਹਾਂ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਾਈਆਂ ਮੇਰਾ, ਮਾਥੇ ਸਤਰ ਤਰੇ। 3 ਲੋਕਾਂ ਦਾ ਛਤਰ, ਜਿਵੇਂ ਰਾਜਿਆਂ ਦੇ ਸਿਰ 'ਤੇ ਛਤਰ ਹੁੰਦੇ ਸੀਗੇ, ਆਪਦੇ ਆਪਦੇ ਏਰੀਆਂ ਦੇ, ਉਹਨਾਂ ਦੀ ਪਹਿਚਾਣ ਹੁੰਦੀ ਸੀਗੀ। ਇੱਕ ਐਸਾ ਛਤਰ ਹੈ, ਇਹ ਆਤਮਾ 'ਤੇ ਰੱਖਿਆ ਜਾਂਦਾ ਹੈ। ਇਹ ਹਰ ਜਨ ਪਾਉਂਦੇ ਨੇ। ਭੱਟ ਵੀ ਸਮਝਾਉਂਦੇ ਨੇ ਸਵਈਆਂ ਵਿੱਚ। ਐਸੀ ਲਾਲ ਤੁਝ ਬਿਨ ਕੌਣ ਕਰੇ, ਕੌਣ ਕਰ ਸਕਦਾ ਹੈ ਕੁਦਰਤ ਤੋਂ ਬਿਨਾਂ?
ਉਹ ਰਾਮ ਤੋਂ ਬਿਨਾਂ ਇਹ ਸਤਰ ਕੌਣ ਦੇ ਸਕਦਾ ਹੈ। ਖੋਹ ਤਾਂ ਸਕਦੇ ਹਾਂ ਅਸੀਂ ਇੱਕ ਦੂਏ ਦੇ, ਉਹ ਵੀ ਮਾਇਆ ਦੇ ਨੇ। ਇਹ ਐਸਾ ਸਤਰ ਹੈ, 3 ਲੋਕਾਂ ਦਾ ਗਿਆਨ ਹੋ ਜਾਂਦਾ, ਮਾਇਆ ਪਾਰ ਕਰ ਜਾਂਦਾ ਜੀਵ, ਚੌਥੇ 'ਚ ਹੁਕਮ ਦਾ ਦਰਸ਼ਨ ਕਰ ਲੈਂਦਾ ਸਤਜੁਗ 'ਚ। ਉਹੀ ਭਗਤ ਜੀ ਸਮਝਾ ਰਹੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਇਹ ਦਾਤਾ ਤੇਰੇ ਤੋਂ ਬਿਨਾਂ ਕੌਣ ਕਰ ਸਕਦਾ ਹੈ। ਕਿਹਨਾਂ ਦੇ ਸਿਰ ਤੇ ਇਹ ਸਤਰ ਰੱਖਿਆ ਜਾਂਦਾ। ਗਰੀਬ ਨਵਾਜ ਗੁਸਈਆਂ ਮੇਰਾ, ਉਹਦਾ ਸੁਭਾਅ ਆ, ਜਿਹੜੇ ਨੀਵੇਂ ਹੋ ਜਾਂਦੇ ਨੇ, ਜਿਹੜੇ ਉਹਨੂੰ ਹੀ ਪ੍ਰੇਮ ਕਰਦੇ ਨੇ, ਵੇਖਿਆ ਨੂੰ ਤਿਆਗ ਦਿੰਦੇ ਨੇ, ਉਹਦੀ ਭਗਤੀ ਕਰਦੇ ਨੇ, ਉਹਨਾਂ ਦੇ ਸਿਰ ਤੇ ਸਤਰ ਰੱਖਿਆ ਜਾਂਦਾ। ਗਰੀਬ ਨਵਾਜ ਗੁਸਈਆਂ ਮੇਰਾ, ਮਾਥੇ ਸਤਰ ਤਰੇ ਰਹਾਓ। ਜਿਹੜੇ ਜੈ ਵਿਖੇ ਸਗਲੀ ਤਜੀ ਲਿਓ ਪੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨਾ ਤੈ ਨਰ ਮਾਥੇ ਭਾਗ। ਉਹ ਭਾਗਾਂ ਵਾਲੇ ਗੁਰਸਿੱਖ ਨੇ, ਉਹਨਾਂ ਦੇ ਸਿਰ ਤੇ ਸਤਰ ਰੱਖਿਆ ਜਾਂਦਾ, ਉਹਨਾਂ ਨੂੰ 4 ਲੋਕਾਂ ਦਾ ਗਿਆਨ ਹੋ ਜਾਂਦਾ। ਉਹ ਆਪ ਜਿਵੇਂ ਮਾਇਆ ਪਾਰ ਕਰਦੇ ਨੇ, ਫਿਰ ਦੂਏ ਨੂੰ ਸਮਝਾਉਂਦੇ ਨੇ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣੇ, ਹਰ ਜਨ ਮੁਕਤ ਯੁਕਤ ਜੀ ਕਾ ਦਾਤਾ। ਉਹ ਹਰ ਜਨ ਹੁੰਦੇ ਨੇ, ਜਾਣ ਲੈਂਦੇ ਨੇ ਮੁਕਤੀ ਦੀ ਵਿਧੀ ਨੂੰ, ਫਿਰ ਸੰਸਾਰ ਨੂੰ ਸਮਝਾਉਂਦੇ ਨੇ। ਜਿਹੜੇ ਗੁਰਸਿੱਖ ਉਹਨਾਂ ਦਾ ਮਿਲ ਕੇ ਚੱਲਦੇ ਨੇ, ਉਹ ਵੀ ਪਾਰ ਨਿਕਲ ਲੈਂਦੇ ਨੇ। ਆਪਾਂ ਪਵਨ ਗੁਰੂ ਪਾਣੀ ਪਿਤਾ ਸਲੋਕ ਦੇ ਬਚਨ ਲੈ ਲੈਣੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਸਤਿਗੁਰ ਤਾਂ ਐਂ ਸਮਝਾਉਂਦੇ ਨੇ, ਉਹਨਾਂ ਦੇ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। ਆਓ ਸਾਰੇ ਮਿਲ ਕੇ ਭਾਈ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਇਹ 9ਵੇਂ ਪਾਤਸ਼ਾਹ ਜਿਹੜਾ ਆਪਾਂ ਸਲੋਕ ਲਿਆ ਵਾ, ਜੇ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ, ਕਹੋ ਨਾਨਕ ਸੁਣ ਰੇ ਮਨਾ ਤੈ ਨਰ ਮਾਥੇ ਭਾਗ। ਅਸੀਂ ਵੀ ਭਾਗਾਂ ਵਾਲੇ ਹੋਈਏ ਭਾਈ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।